ਇਸ ਚੌਥੇ ਮੋਡਿਊਲ ਵਿੱਚ ਤੁਹਾਡਾ ਸਵਾਗਤ ਹੈ। ਸੋ ਇਸ ਮੋਡਿਊਲ ਵਿੱਚ ਅਸੀਂ ਕੁਝ ਸਮੱਸਿਆਵਾਂ ਦਾ ਹੱਲ ਕਰਾਂਗੇ ਜੋ ਡੈਂਪਡ ਓਸੀਲੇਟਰ ਕਰਕੇ ਹੁੰਦੀਆਂ ਹਨ। ਸੋ ਸਮੱਸਿਆਵਾਂ ਦਾ ਹੱਲ ਕਰਨ ਤੋਂ ਪਹਿਲਾਂ ਅਸੀਂ ਸਮੱਸਿਆਵਾਂ ਦੀ ਜਲਦ ਸਮੀਖਿਆ ਕਰਦੇ ਹਾਂ। ਸੋ ਹਮੇਸ਼ਾ ਦੀ ਤਰ੍ਹਾਂ ਅਸੀਂ ਮੋਸ਼ਨ ਦੀ ਇਕੁਏਸ਼ਨ ਨਾਲ ਸ਼ੁਰੂ ਕਰਦੇ ਹਾਂ ਅਤੇ ਇੱਧਰ-ਉੱਧਰ ਅਤੇ ਸਿਰਫ ਤੁਹਾਨੂੰ ਯਾਦ ਦਿਵਾਉਣ ਲਈ ਗਾਮਾ ਡਿਸਿਪੇਸ਼ਨ ਕੋਐਫੀਸ਼ੀਐਂਟ ਹੈ ਅਤੇ S ਸਟਿਫਨੈਸ ਕੋਨਸਟੈਂਟ ਹੈ ਅਤੇ ਆਮ ਤੌਰ ਤੇ ਤੁਸੀਂ ਇਸ ਦੇ ਲਈ ਸੋਲੂਸ਼ਨ ਪ੍ਰਾਪਤ ਕਰ ਸਕਦੇ ਹੋ। ਅਸੀਂ ਪਿਛਲੇ 3 ਮੋਡਿਊਲ ਵਿੱਚ ਇਹ ਕੀਤਾ ਹੈ ਅਤੇ ਇੱਥੇ ਆਮ ਸੋਲੂਸ਼ਨ ਹੈ ਅਤੇ ਹੋਰ ਚੀਜ਼ਾਂ ਜਿਨ੍ਹਾਂ ਦੀ ਲੋੜ ਹੋਵੇਗੀ ਇਹ ਓਮੇਗਾ 1 ਹੈ ਜੋ ਡੈਂਪਡ ਓਸੀਲੇਟਰ ਦੀ ਫ੍ਰੀਕੁਐਂਸੀ ਹੈ ਅਤੇ ਅਸਲ ਵਿੱਚ ਇੱਥੇ ਇਹ ਕੁਆਂਟੀਟੀ ਓਮੇਗਾ 0 ਵਰਗ ਹੈ ਜੋ ਕਿ ਅਨਡੈਂਪਡ ਓਸੀਲੇਟਰ ਦੀ ਕੁਦਰਤੀ ਫ੍ਰੀਕੁਐਂਸੀ ਹੈ। ਇਸ ਲਈ ਮੈਂ ਇਹ ਓਮੇਗਾ 0 ਸਕੁਏਅਰ ਮਾਈਨਸ ਗਾਮਾ ਸਕੁਏਅਰ ਬਾਏ 4m ਸਕੁਏਅਰ ਅਤੇ ਅਸੀਂ Q ਤੱਥ ਜਾਂ Q ਮੁੱਲ ਬਾਰੇ ਵੀ ਸਿੱਖਿਆ ਜੋ ਗਾਮਾ ਦੁਆਰਾ m ਓਮੇਗਾ 0 ਹੈ। ਇਸ ਲਈ ਇਹ ਅਨੁਮਾਨਿਤ ਮੁੱਲ ਹੈ ਜੋ ਵੈਦ ਲਈ ਵੈਦ ਹੁੰਦਾ ਹੈ ਜਦੋਂ ਡਿਸਿਪੇਸ਼ਨ ਛੋਟਾ ਹੁੰਦਾ ਹੈ। ਤਾਂ ਪਿਛੋਕੜ ਨਾਲ ਸਾਨੂੰ ਜਲਦੀ ਨਾਲ ਅਤੇ ਪਹਿਲੀ ਸਮੱਸਿਆ ਤੇ ਆਉਂਦੇ ਹਾਂ। ਪਹਿਲੀ ਸਮੱਸਿਆ ਸਭ ਤੋਂ ਸਰਲ ਹੈ। ਇੱਕ ਗਿੱਲੇ ਹਾਰਮੋਨਿਕ ਓਸੀਲੇਟਰ ਲਈ ਸਾਨੂੰ ਦਿੱਤਾ ਗਿਆ ਹੈ ਕਿ ਓਮੇਗਾ 0 ਸਕੁਏਅਰ ਮਾਈਨਸ ਹੈ ਤੋਂ ਓਮੇਗਾ 1 ਸਕੁਏਅਰ। ਇਹ ਮੁੱਲ ਓਮੇਗਾ 0 ਸਕੁਏਅਰ ਨਾਲ ਗੁਣਾ ਕਰਨ ਤੇ 10 ਪਾਵਰ ਮਾਈਨਸ 6 ਦੇ ਬਰਾਬਰ ਹੈ। ਸਾਨੂੰ Q ਫੈਕਟ ਪਤਾ ਲਗਾਉਣਾ ਹੋਵੇਗਾ। ਇੱਥੇ ਉਹ ਫਾਰਮੂਲਾ ਹੈ ਜਿਸ ਦੀ ਸਾਨੂੰ ਹੱਲ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਇਕੁਏਸ਼ਨ ਨੂੰ ਕਹਿੰਦੇ ਹਾਂ। ਮੁੜ ਵਿਵਸਥਿਤ ਕਰੋ। ਓਮੇਗਾ 0 ਸਕੁਏਅਰ ਮਾਈਨਸ ਓਮੇਗਾ 1 ਸਕੁਏਅਰ 4m ਵਰਗ ਦੁਆਰਾ ਗਾਮਾ ਸਕੁਏਅਰ ਦੇ ਬਰਾਬਰ ਹੋਵੇਗਾ ਅਤੇ ਅਸੀਂ ਜਾਣਦੇ ਹਾਂ ਕਿ ਇੱਥੇ ਇਹ ਕੁਆਂਟੀਟੀ ਹੈ 10 ਪਾਵਰ ਮਾਈਨਸ 6 ਇੰਚ ਓਮੇਗਾ 0 ਸਕੁਏਅਰ ਦੇ ਬਰਾਬਰ ਹੈ ਜੋ ਕਿ 4m ਸਕੁਏਅਰ ਦੁਆਰਾ ਗਾਮਾ ਸਕੁਏਅਰ ਹੈ। ਇਸ ਲਈ ਜੇਕਰ ਮੈਂ ਇੱਥੇ ਹਾਂ ਓਮੇਗਾ 0 ਸਕੁਏਅਰ ਲਿਆਓ। ਇਸ ਲਈ ਮੇਰੇ ਕੋਲ ਗਾਮਾ ਸਕੁਏਅਰ ਹੈ 4m ਸਕੁਏਅਰ ਓਮੇਗਾ 0 ਸਕੁਏਅਰ ਜੋ 10 ਪਾਵਰ ਮਾਈਨਸ 6 ਦੇ ਬਰਾਬਰ ਹੈ। ਇਸ ਲਈ ਇੱਥੇ ਮੇਰੇ ਕੋਲ ਕੁਆਂਟੀਟੀ 1 4 ਤੋਂ ਵੱਧ ਹੈ ਅਤੇ ਇਹ ਡਿਨੋਮੀਨੇਟਰ Q ਸਕੁਏਅਰ ਹੈ। ਇਸ ਲਈ Q ਸਕੁਏਅਰ 1 ਬਾਏ 4 ਇੰਟੂ 10 ਪਾਵਰ ਮਾਈਨਸ 6 ਬਰਾਬਰ ਹੋਵੇਗਾ ਜੋ 10 ਪਾਵਰ 6 ਵਿਭਾਜਿਤ 4 ਦੇ ਬਰਾਬਰ ਹੈ। ਇਸ ਲਈ Q ਫੈਕਟਰ 10 ਪਾਵਰ 3 ਭਾਗ 4 ਨਾਲ 1000 ਭਾਗ 4 250 ਦੇ ਬਰਾਬਰ ਹੋਣ ਲਈ 2-4 ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਯਾਦ ਰੱਖੋ ਕਿ Q ਡਾਇਮੈਂਸ਼ਨਲੈਸ ਕੁਆਂਟੀਟੀ ਹੈ। ਇਸ ਲਈ ਇਹ ਦੋ ਊਰਜਾਵਾਂ ਦਾ ਅਨੁਪਾਤ ਹੈ। ਇਸ ਲਈ ਇਹ ਕੋਈ ਨਤੀਜਾ ਜਾਂ ਕੋਈ ਯੂਨਿਟ ਨਹੀਂ ਹੈ। ਦੂਜਾ ਪ੍ਰੋਬਲਮ ਇਹ ਹੈ ਹਰੇਕ ਓਸੀਲੇਟਰ ਸਾਈਕਲ ਦੇ ਡੈਂਪਡ ਓਸੀਲੇਟਰ ਦਾ ਐਂਪਲੀਟਿਊਡ 5% ਘਟ ਜਾਂਦਾ ਹੈ ਹਰ ਸਾਈਕਲ ਵਿੱਚ। ਖੋਏ ਹੋਏ ਓਸੀਲੇਟਰ ਦੀ ਮਕੈਨੀਕਲ ਐਨਰਜੀ ਦਾ ਪਰਸੈਂਟੇਜ ਪਤਾ ਕਰੋ। ਇਸ ਲਈ ਯਾਦ ਰੱਖੋ ਕਿ ਐਨਰਜੀ ਸਾਡੇ ਉਦੇਸ਼ਾਂ ਲਈ ਸਿਰਫ ਐਂਪਲੀਟਿਊਡ ਦਾ ਸਕੁਏਅਰ ਹੈ। ਇਸ ਪ੍ਰੋਬਲਮ ਨੂੰ ਹੱਲ ਕਰਨ ਲਈ ਸਾਨੂੰ ਚਾਹੀਦਾ ਹੈ ਉਹ ਹੈ ਐਂਪਲੀਟਿਊਡ ਦਾ ਆਕਾਰ A0 ਬਾਏ A1 e ਪਾਵਰ ਡੈਲਟਾ ਹੈ। ਇਸ ਲਈ ਉਮੀਦ ਹੈ ਕਿ ਤੁਹਾਨੂੰ ਯਾਦ ਹੈ ਡੈਲਟਾ ਦੀ ਵਿਆਖਿਆ ਯਾਦ ਹੋਵੇਗਾ ਜੋ ਸਾਡੇ ਪਾਸ ਸੀ ਜੋ ਗਾਮਾ ਟੌ ਪ੍ਰਾਈਮ ਡਿਵਾਈਡ ਬਾਏ 2m ਸੀ ਜਿੱਥੇ 2m ਡੈਂਪਡ ਓਸੀਲੇਟਰ ਦੀ ਸਮਾਂ ਅਵਧੀ ਹੈ। ਹੁਣ A0 ਡੈਂਪਡ ਓਸੀਲੇਟਰ ਦਾ ਐਂਪਲੀਟਿਊਡ ਹੈ ਅਤੇ ਇੱਥੇ ਦਿੱਤੇ ਗਏ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਇੱਕ ਮਿਆਦ ਦੇ ਬਾਅਦ ਇਹ 5% ਤੱਕ ਘਟ ਜਾਂਦਾ ਹੈ ਜਿਸ ਵਿੱਚ A1 ਬਸ ਬਿੰਦੂ 9510 ਦੇ ਬਰਾਬਰ ਹੈ ਅਤੇ ਉਹ e ਪਾਵਰ ਡੈਲਟਾ ਅਤੇ ਇੱਕ ਛੋਟੀ ਦੇ ਬਰਾਬਰ ਹੋਵੇਗਾ। ਸੋ A0 ਅਤੇ A0 ਨੂੰ ਰੱਦ ਹੋ ਜਾਵੇਗਾ ਅਤੇ ਮੈਂ e ਪਾਵਰ ਮਾਈਨਸ e ਡੈਲਟਾ 0.95 ਦੇ ਬਰਾਬਰ ਹੋਵੇਗਾ। ਦੋਵੇਂ ਪਾਸੇ ਲੌਗਰਿਦਮ ਲਓ। ਇਸ ਲਈ ਸਾਨੂੰ 0 ਪੁਆਇੰਟ ਦੇ ਬਰਾਬਰ ਹੋਣ ਵਾਲੇ ਡੈਲਟਾ ਨੂੰ 051 ਮਿਲੇਗਾ। ਤੁਸੀਂ ਇਹ ਗਣਨਾ ਖੁਦ ਕਰ ਸਕਦੇ ਹੋ।
ਕਰ ਸਕਦੇ ਹੋ ਅਤੇ ਇਸ ਮੁੱਲ ਦਾ ਅਤੇ ਜਾਂਚ ਕਰ ਸਕਦੇ ਹੋ ਕਿ ਇਹ ਡੈਲਟਾ ਦਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਡੈਲਟਾ ਦਾ ਮੁੱਲ ਕੀ ਹੈ, ਜਿਸ ਦਾ ਮਤਲਬ ਹੈ ਕਿ ਅਸੀਂ ਜਾਣਦੇ ਹਾਂ ਕਿ ਇਹ 0 ਪੁਆਇੰਟ ਹੈ 0.51। ਤੁਸੀਂ ਇਹ ਵੀ ਜਾਣਦੇ ਹੋ ਟੌਪ ਪ੍ਰਾਈਮ 2 ਪਾਈ ਬਾਏ ਓਮੇਗਾ 1 ਦੇ ਬਰਾਬਰ ਹੈ ਅਤੇ ਆਮ ਵਾਂਗ ਸਾਨੂੰ ਇਹ ਮੰਨਣ ਲਈ ਕਿਹਾ ਜਾਂਦਾ ਹੈ ਕਿ ਡੈਂਪਿੰਗ ਕਾਫੀ ਛੋਟੀ ਹੈ ਤਾਂ ਜੋ ਇਹ ਲਗਭਗ 2 ਪਾਈ ਬਟਾ ਓਮੇਗਾ 0 ਦੇ ਬਰਾਬਰ ਹੋਵੇ। ਜੇ ਹੁਣ ਮੈਨੂੰ ਡੈਲਟਾ ਦੀ ਇਸ ਵੈਲਿਊ ਨੂੰ ਬਦਲਣਾ ਹੋਵੇ ਤਾਂ ਮੈਨੂੰ ਮਿਲੇਗਾ ਡੈਲਟਾ ਬਰਾਬਰ ਹੈ ਗਾਮਾ ਬਟਾ 2m ਗੁਣਾ 2 ਪਾਈ ਬਟਾ ਓਮੇਗਾ 02 ਅਤੇ 2 ਕੱਟਿਆ ਜਾਵੇਗਾ, ਮੈਨੂੰ ਮਿਲੇਗਾ ਪਾਈ ਗੁਣਾ ਗਾਮਾ ਬਟਾ m ਓਮੇਗਾ 0। ਇਸ ਤੋਂ ਮੈਨੂੰ ਪਤਾ ਚੱਲਦਾ ਹੈ ਕਿ ਇੱਥੇ ਡੈਲਟਾ ਪਾਈ ਗੁਣਾ ਪਾਈ ਬਟਾ q ਦੇ ਬਰਾਬਰ ਹੈ। ਤਾਂ ਜੇ ਤੁਹਾਨੂੰ ਯਾਦ ਹੋਵੇ m ਓਮੇਗਾ 0 ਬਟਾ ਗਾਮਾ q ਫੈਕਟਰ ਹੈ। ਇਸ ਤੋਂ ਮੈਂ ਇਸ ਇਕੁਏਸ਼ਨ ਨੂੰ ਦੁਬਾਰਾ ਲਿਖ ਸਕਦਾ ਹਾਂ ਕਿਉਂਕਿ q ਪਾਈ ਡੈਲਟਾ ਦੇ ਬਰਾਬਰ ਹੈ। ਅਸੀਂ ਜਾਣਦੇ ਹਾਂ ਕਿ ਇੱਕ ਸਾਈਕਲ ਵਿੱਚ q ਸਟੋਰ ਕੀਤੀ ਊਰਜਾ ਬਟਾ ਐਨਰਜੀ ਲੋਸਟ ਦੇ ਬਰਾਬਰ ਹੈ। ਤਾਂ ਸਾਡੀ ਰੁਚੀ ਇਸ ਵਿੱਚ ਹੈ ਕਿ ਪ੍ਰਤੀ ਸਾਈਕਲ ਲੋਸ ਐਨਰਜੀ ਅਤੇ ਇਹ ਪਾਈ ਬਟਾ ਡੇਲਟਾ ਦੇ ਬਰਾਬਰ ਹੈ। ਤਾਂ ਮੈਂ ਕਹਾਂਗਾ ਕਿ ਸਟੋਰ ਕੀਤੀ ਊਰਜਾ ਸ਼ੁਰੂ ਵਿੱਚ E0 ਹੈ ਅਤੇ ਇਸ ਦੇ ਕੁਝ ਫ੍ਰੈਕਸ਼ਨ ਵਿੱਚ ਲੋਸਟ ਐਨਰਜੀ ਨੂੰ ਮੈਂ QE0 ਕਹਾਂਗਾ। ਤਾਂ ਇਸ ਤਰ੍ਹਾਂ ਇਸ ਥਾਂ ਤੇ ਮੈਂ ਸਿਰਫ ਇਹ ਕਰਨਾ ਹੈ ਕਿ ਇਹਨਾਂ ਦੋਨਾਂ ਨੂੰ ਇਸ ਇਕੁਏਸ਼ਨ ਦੋਨਾਂ E0 ਅਤੇ Q ਟਾਈਮਜ਼ E0 ਵਿੱਚ ਜੋੜਨਾ ਹੈ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਹੇਠ ਲਿਖਿਆ ਮਿਲੇਗਾ। ਇਸ ਦਾ ਮਤਲਬ ਇਹ ਹੋਵੇਗਾ ਕਿ ਦੁਬਾਰਾ E0 ਅਤੇ E0 ਰੱਦ ਹੋ ਜਾਣਗੇ ਅਤੇ ਇਸ ਤੋਂ ਮੈਨੂੰ ਪਤਾ ਚੱਲਦਾ ਹੈ ਕਿ Q ਡੈਲਟਾ ਬਰਾਬਰ ਹੈ ਡੈਲਟਾ ਬਟਾ ਪਾਈ। ਜੇਕਰ ਮੈਂ ਡੈਲਟਾ ਦੀ ਵੈਲਿਊ ਨੂੰ ਸਬਸਟੀਟਿਊਟ ਕਰਦਾ ਹਾਂ ਤਾਂ ਮੈਂ Q ਦੀ ਵੈਲਿਊ ਲੱਭ ਸਕਦਾ ਹਾਂ। ਇਸ ਲਈ ਡੈਲਟਾ 0.051 ਬਟਾ ਪਾਈ 3.141 ਲਗਭਗ ਹੋਵੇਗਾ। ਇਸ ਲਈ ਇਸ ਤੋਂ ਮੈਨੂੰ ਇੱਕ ਨੰਬਰ ਮਿਲੇਗਾ ਜੋ 0.0081 ਹੈ। ਇਸ ਲਈ ਇਸ ਦਾ ਮਤਲਬ ਇਹ ਹੈ ਕਿ ਪ੍ਰਤੀ ਸਾਈਕਲ ਲਗਭਗ 8% ਐਨਰਜੀ ਖਤਮ ਹੋ ਜਾਂਦੀ ਹੈ। ਇਸ ਲਈ ਇਸ ਸਵਾਲ ਦਾ ਜਵਾਬ ਇਸ ਲਈ ਤੀਸਰੀ ਸਮੱਸਿਆ ਵਿੱਚ ਸਵਾਲ ਇਹ ਹੈ ਕਿ ਨੈਚੁਰਲ ਫ੍ਰੀਕੁਏਂਸੀ ਵਿੱਚ ਫ੍ਰੈਕਸ਼ਨਲ ਚੇਂਜ ਹੈ ਜੋ ਹੈ ਸਟਿਫਨੈਸ ਕੋਨਸਟੈਂਟ ਬਟਾ ਪੁੰਜ ਡੈਂਪਡ ਸਿੰਪਲ ਹਾਰਮੋਨਿਕ ਓਸੀਲੇਟਰ ਲਈ ਲਗਭਗ ਬਰਾਬਰ ਹੈ 1 ਬਟਾ Q ਸਕੁਏਰ ਦੇ। ਇਸ ਲਈ ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼ੁਰੂਆਤੀ ਬਿੰਦੂ ਇਹ ਹੈ ਕਿ ਸਾਨੂੰ ਡੈਂਪਡ ਓਸੀਲੇਟਰ ਦੀ ਫ੍ਰੀਕੁਏਂਸੀ ਨੂੰ ਅਨਡੈਂਪਡ ਓਸੀਲੇਟਰ ਦੀ ਫ੍ਰੀਕੁਏਂਸੀ ਨਾਲ ਜੋੜਨ ਦੇ ਯੋਗ ਹੋਣਾ ਚਾਹੀਦਾ ਹੈ। ਇਸ ਲਈ ਇੱਥੋਂ ਸਾਨੂੰ ਕੁਝ ਸਧਾਰਨ ਜੋੜ ਤੋੜ ਕਰਨੀ ਪਵੇਗੀ। ਇਸ ਦੇ ਲਈ ਸ਼ੁਰੂਆਤੀ ਬਿੰਦੂ ਉਹ ਫਾਰਮੂਲਾ ਹੈ ਜੋ ਅਸੀਂ ਪਹਿਲਾਂ ਦੇਖਿਆ ਸੀ। ਇਸ ਲਈ ਇਸ ਇਕੁਏਸ਼ਨ ਨੂੰ ਥੋੜਾ ਜਿਹਾ ਮੁੜ ਵਿਵਸਥਿਤ ਕੀਤਾ ਜਾਵੇਗਾ ਅਤੇ ਜੇਕਰ ਮੈਂ ਸਕੁਏਰ ਰੂਟ ਲੈਂਦਾ ਹਾਂ ਮੈਨੂੰ ਮਿਲੇਗਾ ਓਮੇਗਾ ਬਟਾ ਓਮੇਗਾ 0 ਬਰਾਬਰ ਹੈ 1 ਮਾਈਨਸ ਗਾਮਾ ਸਕੁਏਰ ਬਟਾ 4m ਸਕੁਏਰ ਓਮੇਗਾ ਸਕੁਏਰ 4 ਦੀ ਪਾਵਰ ਹਾਫ। ਇਸ ਲਈ ਇੱਥੇ ਅਸੀਂ ਬਾਇਨੋਮੀਅਲ ਅਪਰੋਕਸੀਮੇਸ਼ਨ ਕਰਾਂਗੇ ਅਤੇ ਜੇ ਮੈਂ ਬਾਇਨੋਮੀਅਲ ਅਪਰੋਕਸੀਮੇਸ਼ਨ ਕਰਾਂਗਾ ਤਾਂ ਮੈਨੂੰ ਮਿਲੇਗਾ 1 ਮਾਈਨਸ ਗਾਮਾ ਸਕੁਏਰ ਬਟਾ 8m ਸਕੁਏਰ ਓਮੇਗਾ ਸਕੁਏਰ ਮਿਲੇਗਾ। ਤਾਂ ਨੋਟ ਕਰੋ ਕਿ ਜੇਕਰ x ਛੋਟਾ ਹੈ ਅਜਿਹੇ ਫੰਕਸ਼ਨ ਲਈ ਬਾਇਨੋਮੀਅਲ ਅਪਰੋਕਸੀਮੇਸ਼ਨ 1 ਪਲੱਸ qx ਹੋਵੇਗਾ। ਇਸ ਲਈ ਇਹ ਉਦੋਂ ਹੁੰਦਾ ਹੈ
ਜਦੋਂ ਤੁਸੀਂ ਪਹਿਲੇ ਟਰਮ ਦੇ ਅੰਤ ਤੇ ਬਾਇਨੋਮੀਅਲ ਅਪਰੋਕਸੀਮੇਸ਼ਨ ਨੂੰ ਹਟਾਉਂਦੇ ਹੋ ਜੋ ਬਿਲਕੁਲ ਉਹੀ ਹੈ ਜੋ ਮੈਂ ਇੱਥੇ ਕੀਤਾ ਹੈ, ਅਤੇ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ m ਓਮੇਗਾ 0 ਬਟਾ ਗਾਮਾ ਹੈ q, ਅਤੇ ਅਸੀਂ ਦੂਜੇ ਪਾਸੇ 1 ਲੈ ਸਕਦੇ ਹਾਂ। ਜੇਕਰ ਅਸੀਂ ਉਹ ਸਭ ਕਰੀਏ, ਜਿਸ ਨਾਲ ਸਾਨੂੰ ਓਮੇਗਾ 1 ਮਾਈਨਸ ਓਮੇਗਾ 0 ਬਟਾ ਓਮੇਗਾ 0 ਬਰਾਬਰ ਹੈ -1 ਬਟਾ 8q ਸਕੁਏਅਰ ਦੇ ਮਿਲ ਜਾਵੇ। ਧਿਆਨ ਦੇਣਾ ਕਿ q ਬਰਾਬਰ ਹੈ m ਓਮੇਗਾ 0 ਬਟਾ ਗਾਮਾ ਦੇ, ਅਤੇ ਹੁਣ ਥੋੜੀ ਰੀਅਰੇਂਜਮੈਂਟ ਕਰਕੇ ਓਮੇਗਾ 0 ਮਾਈਨਸ ਓਮੇਗਾ 1 ਬਟਾ ਓਮੇਗਾ 0 ਬਣੇਗਾ, ਜੋ ਕਿ ਨੈਚੁਰਲ ਫਰੀਕੁਏਂਸੀ ਵਿੱਚ ਫ੍ਰੈਕਸ਼ਨਲ ਚੇਂਜ ਹੋਵੇਗਾ, ਜੋ ਕਿ 1 ਬਟਾ 8q ਸਕੁਏਅਰ ਦੇ ਬਰਾਬਰ ਹੋਵੇਗਾ। ਤਾਂ ਇਹ ਜਵਾਬ ਸਾਨੂੰ ਚਾਹੀਦਾ ਹੈ, ਅਤੇ ਇੱਥੇ ਬਾਇਨੋਮੀਅਲ ਐਪਰੋਕਸੀਮੇਸ਼ਨ ਲਗਾਉਣ ਨਾਲ ਐਪਰੋਕਸੀਮੇਸ਼ਨ ਪੂਰਾ ਹੋਇਆ। ਅਗਲੀ ਸਮੱਸਿਆ ਸ਼ੁਰੂ ਕਰੀਏ। ਇਸ ਕੇਸ ਵਿੱਚ ਪੁੰਜ ਅਧੀਨ ਹੈ ਡਿਸਿਪੇਟਿਵ ਫੋਰਸ ਬਰਾਬਰ ਹੈ ਮਾਈਨਸ ਗਾਮਾ ਗੁਣਾ ਵੀ ਜਿੱਥੇ ਵੀ ਵੈਲੋਸਿਟੀ ਹੈ। ਪਰ ਇਸ ਵਿੱਚ ਰੀਸਟੋਰਿੰਗ ਫੋਰਸ ਟਰਮ ਨਹੀਂ ਹੈ, ਦੂਜੇ ਸ਼ਬਦਾਂ ਵਿੱਚ ਇਸ ਵਿੱਚ ਐਕਸ ਟਰਮ ਨਹੀਂ ਹੈ। ਤਾਂ ਸਾਨੂੰ ਇਹ ਇਕੁਏਸ਼ਨ ਹੱਲ ਕਰਨੀ ਪਵੇਗੀ ਅਤੇ ਟਾਈਮ ਦੇ ਫੰਕਸ਼ਨ ਦਾ ਡਿਸਪਲੇਸਮੈਂਟ ਲੱਭੋ। ਅਜਿਹਾ ਕਰਨ ਲਈ ਤਾਂ ਆਮ ਤੌਰ ਤੇ ਇਹ ਤੁਹਾਡਾ ਡੈਂਪਡ ਓਸੀਲੇਟਰ ਲਈ ਮੋਸ਼ਨ ਦੀ ਇਕੁਏਸ਼ਨ ਹੈ। ਹਾਲਾਂਕਿ ਇਸ ਕੇਸ ਵਿੱਚ ਸਾਨੂੰ ਦੱਸਿਆ ਗਿਆ ਕਿ ਇਹ ਟਰਮ ਮੌਜੂਦ ਨਹੀਂ ਹੈ, ਤਾਂ ਪ੍ਰਭਾਵੀ ਤੌਰ ਤੇ ਇਕੁਏਸ਼ਨ ਬਣੇਗੀ mx ਡਬਲ ਡੋਟ ਪਲੱਸ ਹੈ 0 ਦੇ ਬਰਾਬਰ, ਅਤੇ ਸਾਨੂੰ ਅਜਿਹਾ ਹੱਲ ਲੱਭਣਾ ਹੋਵੇਗਾ ਜਿਸ ਦਾ ਮਤਲਬ ਹੈ ਮੈਨੂੰ t ਦੇ x ਲੱਭਣਾ ਪਵੇਗਾ। ਇਹ ਸਵਾਲ ਹੈ। ਤਾਂ ਹੱਲ ਦਾ ਤਰੀਕਾ ਉਹੀ ਤਕਨੀਕ ਹੈ ਜਿਵੇਂ ਕਿ ਅਸੀਂ ਡਿਸਿਪੇਟਿਵ ਹਾਰਮੋਨਿਕ ਓਸੀਲੇਟਰ ਨੂੰ ਹੱਲ ਕਰਨ ਲਈ ਅਪਣਾਈ ਸੀ। ਤਾਂ ਅਸੀਂ ਮੰਨ ਲੈਂਦੇ ਹਾਂ ਕਿ ਹੱਲ x ਹੈ, ਤਾਂ t ਹੋਵੇਗਾ ਜੋ ਕਿ ਕੌਨਸਟੈਂਟ e ਪਾਵਰ ਅਲਫਾ t ਹੈ, ਅਤੇ ਕੁਝ ਸਮੇਂ ਵਿੱਚ ਅਲਫਾ ਨੂੰ ਨਿਰਧਾਰਿਤ ਕਰਾਂਗੇ, ਜਦੋਂ ਕਿ t ਦਾ x ਡੋਟ ਹੋਵੇਗਾ ਇਹ ਅਲਫਾ e ਪਾਵਰ ਅਲਫਾ t ਦਾ ਡਬਲ ਡੋਟ xt ਹੋਵੇਗਾ ਇਹ ਅਲਫਾ ਸਕੁਏਅਰ e ਪਾਵਰ ਅਲਫਾ t ਦੇ। ਹੁਣ ਸਾਨੂੰ ਬਸ ਇਹਨਾਂ ਚੀਜ਼ਾਂ ਨੂੰ ਇਕੁਏਸ਼ਨ ਵਿੱਚ ਵਾਪਸ ਸਬਸਟੀਟਿਊਟ ਦੀ ਜ਼ਰੂਰਤ ਹੈ। ਜੇ ਮੈਂ ਅਜਿਹਾ ਕਰਾਂਗਾ ਤਾਂ ਮੇਰੇ ਕੋਲ ਹੋਵੇਗਾ m ਗੁਣਾ ਅਲਫਾ ਸਕੁਏਅਰ e ਪਾਵਰ ਅਲਫਾ t ਪਲੱਸ ਗਾਮਾ ਏ ਅਲਫਾ e ਪਾਵਰ ਅਲਫਾ t ਬਰਾਬਰ ਹੈ 0 ਦੇ ਲੈ ਸਕਦਾ ਹੈ e ਪਾਵਰ ਅਲਫਾ t ਬਾਹਰ ਵੱਲ। ਇਸ ਇਕੁਏਸ਼ਨ ਨੂੰ ਇੱਕੋ ਵਰਗਾ ਰੱਖਣ ਲਈ ਅਤੇ e ਪਾਵਰ ਅਲਫਾ t ਅਲਫਾ ਅਤੇ t ਆਰਬਿਟਰੇਰੀ ਵੈਲਿਊ ਲਈ ਨਹੀਂ ਹੈ। ਇਸ ਲਈ ਸ਼ਰਤ ਇਹ ਹੈ ਕਿ ਇਹ ਕੁਆਂਟੀਟੀ 0 ਦੇ ਬਰਾਬਰ ਹੈ, ਅਤੇ ਵੇਖੋ ਕਿ ਇਸ ਇਕੁਏਸ਼ਨ ਦੇ ਦੋਵਾਂ ਟਰਮ ਵਿੱਚ ਇੱਕ ਹੈ ਜਿਸ ਨੂੰ ਹਟਾਇਆ ਵੀ ਜਾ ਸਕਦਾ ਹੈ। ਤਾਂ ਮੇਰੇ ਕੋਲ ਹੋਵੇਗਾ m ਅਲਫਾ ਸਕੁਏਅਰ ਨੂੰ ਗਾਮਾ ਅਲਫਾ ਦੇ ਬਰਾਬਰ 0 ਰੱਖੋ, ਅਤੇ ਜਿਵੇਂ ਉਦਾਹਰਨ ਦੇ ਲਈ m ਨਾਲ ਭਾਗ ਕੀਤਾ, ਜਿਸ ਕੇਸ ਵਿੱਚ ਸਾਨੂੰ ਅਲਫਾ ਰੂਟ ਲਵਾਂਗਾ, ਮੈਂ ਅਲਫਾ ਨੂੰ ਗਾਮਾ ਬਟਾ m ਬਰਾਬਰ 0 ਦੇ ਰੱਖਾਂਗਾ। ਇਸ ਲਈ ਹੱਲ ਆਸਾਨ ਹਨ, ਜਾਂ ਤਾਂ ਅਲਫਾ 0 ਦੇ ਬਰਾਬਰ ਹੈ ਜਾਂ ਅਲਫਾ ਮਾਈਨਸ ਗਾਮਾ ਬਟਾ m ਦੇ ਬਰਾਬਰ ਹੈ। ਇਸ ਲਈ ਇਹ ਅਲਫਾ ਦੀ ਦੋ ਸੰਭਵ ਵੈਲਿਊ ਹਨ। ਮੈਂ ਹੁਣ ਇਸ ਨੂੰ ਉਸ ਇਕੁਏਸ਼ਨ ਵਿੱਚ ਵਾਪਸ ਜੋੜ ਸਕਦਾ ਹਾਂ ਜੋ ਮੈਂ ਇੱਕ e ਪਾਵਰ ਅਲਫਾ t ਮੰਨਦਾ ਹਾਂ। ਜੇਕਰ ਮੈਂ ਅਲਫਾ ਨੂੰ 0x ਦੇ ਬਰਾਬਰ ਮੰਨਦਾ ਹਾਂ ਤਾਂ t ਦੇ ਬਰਾਬਰ ਇੱਕ ਕੌਨਸਟੈਂਟ ਹੋਵੇਗਾ। ਦੂਜੇ ਪਾਸੇ ਜੇਕਰ ਅਲਫਾ ਮਾਈਨਸ ਗਾਮਾ
ਬਟਾ m ਦੇ ਬਰਾਬਰ ਹੈ। t ਦਾ x ਹੋਵੇਗਾ e ਪਾਵਰ ਮਾਈਨਸ ਗਾਮਾ ਬਟਾ m ਗੁਣਾ t ਦੇ। ਇਸ ਲਈ ਇਹ ਦੋ ਰੇਖਿਕ ਸੁਤੰਤਰ ਇਕੁਏਸ਼ਨ ਹਨ। ਇਹ ਦੋ ਰੇਖਿਕ ਸੁਤੰਤਰ ਹੱਲ ਹਨ। ਤੁਸੀਂ ਸਿਰਫ ਇੱਕ ਕੋਨਸਟੈਂਟ ਗੁਣਾ ਕਰਕੇ ਇੱਕ ਦੂਜੇ ਤੋਂ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਇੱਥੇ ਇੱਕ ਕੋਨਸਟੈਂਟ ਹੈ ਜੋ ਇੱਕ ਹੈ ਜੋ ਇਸ ਇਕੁਏਸ਼ਨ ਵਿੱਚ ਪਹਿਲਾਂ ਹੀ ਮੌਜੂਦ ਹੈ। ਇਸ ਲਈ ਟਾਈਮ ਦੇ ਇੱਕ ਫੰਕਸ਼ਨ ਦੇ ਤੌਰ ਤੇ ਡਿਸਪਲੇਸਮੈਂਟ ਦਾ ਆਮ ਹੱਲ ਇਸ ਦਾ ਹੀ ਪਾਵਰ ਹੋਵੇਗਾ। ਕਿਉਂਕਿ ਅਸੀਂ ਇੱਕ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰ ਰਹੇ ਸੀ ਜੋ ਇਹ ਹੈ। ਸਾਡੇ ਕੋਲ ਦੋ ਇੰਡੀਪੈਂਡੈਂਟ ਕੋਨਸਟੈਂਟ ਹੋਣਗੇ ਅਤੇ ਜੋ ਇਸ ਤਰੀਕੇ ਦੇ ਸੋਲਿਊਸ਼ਨ ਤੋਂ ਸੰਤੁਸ਼ਟ ਹੋਵੇਗਾ। ਜੇਕਰ ਸਾਡੇ ਕੋਲ ਕੁਝ ਸ਼ੁਰੂਆਤੀ ਕੰਡੀਸ਼ਨ ਹੋਣ ਅਸੀਂ ਇਸ ਨੂੰ ਸ਼ੁਰੂਆਤੀ ਕੰਡੀਸ਼ਨ ਵਿੱਚ ਪਲੱਗ ਇਨ ਕਰਕੇ ਇੱਕ ਕੋਨਸਟੈਂਟ ਨੂੰ ਘੱਟ ਕਰ ਸਕਦੇ ਹਾਂ। ਉਦਾਹਰਨ ਲਈ ਮੰਨ ਲਵੋ ਕਿ ਮੈਨੂੰ ਪਤਾ ਹੈ ਕਿ ਟਾਈਮ 0 ਤੇ x.0 ਵੈਲੋਸਿਟੀ ਬਰਾਬਰ ਹੈ ਕੁਝ ਵੀ 0 ਦੇ ਬਰਾਬਰ ਹੈ। ਇਸ ਲਈ ਉਸ ਸਥਿਤੀ ਵਿੱਚ ਇੱਕ ਕੋਨਸਟੈਂਟ ਨੂੰ ਹੇਠਾਂ ਦਿੱਤੇ ਅਨੁਸਾਰ ਖਤਮ ਕੀਤਾ ਜਾ ਸਕਦਾ ਹੈ। ਮੈਨੂੰ ਇੱਥੇ ਤੋਂ t ਦਾ ਪਹਿਲਾ x ਡੋਟ ਲੱਭਣਾ ਹੋਵੇਗਾ। ਇੱਥੋਂ x ਡੋਟ t ਹੋਵੇਗਾ b ਗੁਣਾ ਮਾਈਨਸ ਗਾਮਾ ਬਟਾ m ਗੁਣਾ e ਪਾਵਰ ਮਾਈਨਸ ਗਾਮਾ ਬਟਾ m ਗੁਣਾ t ਦੇ। ਅਤੇ ਜੇਕਰ ਮੈਂ 0 ਦਾ x ਡੋਟ ਰੱਖਾਂ ਤਾਂ ਜੇਕਰ ਮੈਂ t ਨੂੰ 0 ਦੇ ਬਰਾਬਰ ਰੱਖਾਂ ਮੈਨੂੰ ਹੁਣ ਮਾਈਨਸ ਗਾਮਾ ਬਟਾ m 0 ਦੇ ਬਰਾਬਰ ਮਿਲੇਗਾ। ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਕੋਨਸਟੈਂਟ b ਮਾਈਨਸ m ਵੀ 0 ਬਟਾ ਗਾਮਾ ਦੇ ਬਰਾਬਰ ਹੈ। ਇਸ ਲਈ ਮੇਰਾ ਸੋਲਿਊਸ਼ਨ ਹੋਵੇਗਾ a ਮਾਈਨਸ m ਵੀ 0 ਬਟਾ ਗਾਮਾ ਗੁਣਾ e ਪਾਵਰ ਮਾਈਨਸ ਗਾਮਾ ਬਟਾ m t ਹੋਵੇਗਾ। ਤਾਂ ਇਹ ਸੋਲਿਊਸ਼ਨ ਹੈ ਜਿਸ ਵਿੱਚ ਪਹਿਲੀ ਸ਼ੁਰੂਆਤੀ ਕੰਡੀਸ਼ਨ ਇਹ ਮਿਲੇਗੀ। ਤਾਂ ਸਾਡੇ ਕੋਲ ਅਜੇ ਵੀ ਇੱਕ ਹੋਰ ਕੋਨਸਟੈਂਟ ਬਚੇਗਾ ਜੋ ਕਿ ਇੱਥੇ ਇਹ ਹੈ ਅਤੇ ਇਸ ਨਾਲ ਨਿਰਧਾਰਤ ਕੀਤਾ ਜਾ ਸਕਦਾ ਹੈ ਬਸ਼ਰਤੇ ਸਾਡੇ ਕੋਲ ਇੱਕ ਹੋਰ ਸ਼ੁਰੂਆਤੀ ਕੰਡੀਸ਼ਨ ਹੋਵੇ। ਤਾਂ ਇਸ ਦੀ ਆਮ ਤਕਨੀਕ ਜੋ ਤੁਸੀਂ ਆਮ ਕਿਸੇ ਵੀ ਸਮੱਸਿਆ ਲਈ ਵਰਤ ਸਕਦੇ ਹੋ। ਜਦੋਂ ਤੁਹਾਡੇ ਕੋਲ ਦੋ ਅਜਿਹੇ ਕੋਨਸਟੈਂਟ ਹੋਣ ਤਾਂ ਤੁਹਾਨੂੰ ਇਸ ਨੂੰ ਨਿਰਧਾਰਿਤ ਕਰਨ ਲਈ ਦੋ ਇੰਡੀਪੈਂਡੈਂਟ ਕੰਡੀਸ਼ਨ ਮਿਲਣਗੀ। ਅਤੇ ਜੇਕਰ ਤੁਸੀਂ ਇਸ ਸਮੱਸਿਆ ਬਾਰੇ ਫਿਜ਼ੀਕਲੀ ਸੋਚੋ ਤਾਂ ਫਿਰ ਗਣਿਤਕ ਸਮੱਸਿਆ ਦੇ ਤੌਰ ਤੇ ਇਸ ਤੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਰੀਸਟੋਰਿੰਗ ਫੋਰਸ ਟਰਮ ਉਹ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਤੁਹਾਨੂੰ ਪਹਿਲੀ ਬਾਰੀ ਵਿੱਚ ਓਸੀਲੇਸ਼ਨ ਮਿਲੇਗਾ ਅਤੇ ਜਦੋਂ ਤੁਸੀਂ ਹੱਲ ਵੱਲ ਵੇਖੋ ਕਿ ਸਾਨੂੰ ਜਾਂ ਤਾਂ ਇਹ ਮਿਲੇਗਾ ਜਾਂ ਇਹ ਓਸੀਲੇਟਰੀ ਹੱਲ ਨਹੀਂ ਹਨ ਤਾਂ ਇਹ ਇੱਕ ਐਕਸਪੋਨੈਂਸ਼ੀਅਲੀ ਡਿਕੇਇੰਗ ਸੋਲਿਊਸ਼ਨ ਹੈ। ਤਾਂ ਇਹ ਇੱਕ ਐਕਸਪੋਨੈਂਸ਼ੀਅਲੀ ਡਿਕੇਇੰਗ ਸੋਲਿਊਸ਼ਨ ਹੈ। ਇਸ ਲਈ ਇੱਕ ਰੀਸਟੋਰਿੰਗ ਫੋਰਸ ਟਰਮ ਦੀ ਅਣਹੋਂਦ ਵਿੱਚ ਤੁਹਾਨੂੰ ਓਸੀਲੇਸ਼ਨ ਨਹੀਂ ਮਿਲੇਗੀ ਅਤੇ ਸੋਲਿਊਸ਼ਨ ਉਸ ਉਮੀਦ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦੇ ਹਨ। ਇਸ ਮੋਡਿਊਲ ਲਈ ਆਖਰੀ ਸਮੱਸਿਆ ਇਹ ਹੈ। ਇਸ ਲਈ ਇਸ ਕੇਸ ਵਿੱਚ ਸਾਡੇ ਕੋਲ ਡੈਂਪਡ ਓਸੀਲੇਟਰ ਦੀ ਇਕੁਏਸ਼ਨ ਦਿੱਤੀ ਗਈ ਹੈ ਜੋ ਕਿ y2y ਪਲੱਸ tan y ਬਰਾਬਰ ਹੈ 0 ਦੇ ਅਤੇ ਦੋ ਸ਼ੁਰੂਆਤੀ ਸ਼ਰਤਾਂ ਦਿੱਤੀਆਂ ਗਈਆਂ ਹਨ। ਸਾਨੂੰ ਸਿਰਫ ਸਪਸ਼ਟ ਐਕਸਪਲਿਸਿਟ ਸੋਲਿਊਸ਼ਨ ਲਿਖਣਾ ਹੋਵੇਗਾ। ਆਓ ਅਸੀਂ ਡੈਂਪਡ ਓਸੀਲੇਟਰ ਲਈ ਮੋਸ਼ਨ ਦੀ ਇਕੁਏਸ਼ਨ ਤੋਂ ਸ਼ੁਰੂ ਕਰੀਏ। my ਪਲੱਸ ਗਾਮਾ y ਪਲੱਸ sy ਬਰਾਬਰ ਹੈ 0 ਦੇ ਅਤੇ ਮੈਂ ਇਸ ਨੂੰ m ਨਾਲ ਭਾਗ ਕਰਾਂਗਾ ਤਾਂ ਜੋ ਮੈਂ ਇਸ ਨੂੰ ਇੱਥੇ ਦਿੱਤੇ ਗਏ ਇਕੁਏਸ਼ਨ ਦੇ ਸਮਾਨ ਬਣਾ ਸਕਾਂ। ਇਸ ਲਈ ਇਹ y ਪਲੱਸ ਗਾਮਾ ਬਟਾ m2y0 ਪਲੱਸ ਬਟਾ m0 ਬਰਾਬਰ ਹੋਵੇਗਾ। ਹੁਣ ਜਦੋਂ ਤੁਸੀਂ ਇਕੁਏਸ਼ਨ ਦੇ ਇਸ ਰੂਪ ਨੂੰ ਦੇਖਦੇ ਹੋ ਅਤੇ ਇੱਥੇ ਦਿੱਤੀ ਗਈ ਇਹ ਇਕੁਏਸ਼ਨ ਉਹ ਬਿਲਕੁਲ ਇੱਕੋ ਜਿਹੀਆਂ ਹਨ ਬਸ਼ਰਤੇ ਅਸੀਂ ਪੱਤਰ ਵਿਹਾਰ ਕਰਦੇ ਹਾਂ ਕਿ ਗਾਮਾ ਬਟਾ m2 ਦੇ ਬਰਾਬਰ ਹੈ ਅਤੇ s ਬਟਾ m 10 ਦੇ ਬਰਾਬਰ ਹੈ। ਇਸ ਲਈ ਹੱਲ ਲੱਭਣ ਤੋਂ ਪਹਿਲਾਂ ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਅਸੀਂ ਕਿਸ ਰਜੀਮ ਵਿੱਚ ਹਾਂ। ਕੀ ਅਸੀਂ ਕ੍ਰਿਟੀਕਲ ਡੈਂਪਿੰਗ ਰਜੀਮ ਵਿੱਚ ਹਾਂ ਜਾਂ ਨਾਜ਼ੁਕ ਡੈਂਪਿੰਗ ਰਜੀਮ ਵਿੱਚ ਜਾਂ
ਅਸੀਂ ਡੈਂਪਡ ਓਸੀਲੇਟਿੰਗ ਰਸ਼ੀਮ ਵਿੱਚ ਹਾਂ ਅਤੇ ਇਹ ਮਾਪਦੰਡਾਂ ਦੇ ਇਹਨਾਂ ਸਮੂਹ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ। ਇੱਥੇ ਇੰਟਰਸਟ ਦੀ ਕੁਆਂਟੀਟੀ ਹੈ। ਮੈਂ ਇਸ ਨੂੰ ਡੇਲਟਾ ਕਹਾਂਗਾ। ਇਹ ਗਾਮਾ ਸਕੁਏਅਰ ਬਟਾ 4m ਸਕੁਏਅਰ ਮਾਈਨਸ s ਬਟਾ m ਹੋਵੇਗਾ। ਇਸ ਲਈ ਜੇਕਰ ਮੈਂ ਇੱਥੇ ਨੰਬਰਾਂ ਨੂੰ ਸਬਸਟੀਟਿਊਟ ਕਰਦਾ ਹਾਂ ਤਾਂ ਗਾਮਾ ਬਟਾ m2 ਹੁੰਦਾ ਹੈ। ਇਸ ਲਈ ਇਹ ਹੋਵੇਗਾ 4 ਬਟਾ 4 1 ਮਾਈਨਸ s ਬਟਾ m ਹੈ। 10 ਤਾਂ ਇੱਥੇ ਮਾਈਨਸ 9 ਹੈ। ਇਸ ਲਈ ਕੁਆਂਟੀਟੀ ਡੇਲਟਾ 0 ਤੋਂ ਘੱਟ ਹੈ। ਇਸ ਲਈ ਸਾਨੂੰ ਓਸੀਲੇਟਰੀ ਹੱਲ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ। ਇਸ ਲਈ ਇਹ ਇੱਕ ਓਸੀਲੇਟਿੰਗ ਸੋਲਿਊਸ਼ਨ ਹੋਵੇਗਾ ਜੋ ਡੈਂਪਡ ਹੋਵੇਗਾ। ਇਸ ਲਈ ਪੂਰੀ ਤਰ੍ਹਾਂ ਸਮੱਸਿਆ ਦੇ ਮਾਪਦੰਡਾਂ ਤੋਂ ਤੁਸੀਂ ਨਿਰਧਾਰਿਤ ਕਰ ਸਕਦੇ ਹੋ। ਭਾਵੇਂ ਤੁਸੀਂ ਹੈਵੀ ਡੈਂਪਿੰਗ, ਕ੍ਰਿਟੀਕਲ ਡੈਂਪਿੰਗ ਜਾਂ ਡੈਂਪਡ ਓਸੀਲੇਸ਼ਨਾਂ ਦੇ ਰਜੀਮ ਵਿੱਚ ਹੋ। ਇਸ ਲਈ ਇੱਥੇ ਅਸੀਂ ਇੱਕ ਡੈਂਪਡ ਓਸੀਲੇਸ਼ਨ ਦੇ ਰਸ਼ੀਮ ਵਿੱਚ ਹਾਂ। ਅਗਲਾ ਕਦਮ ਹੱਲ ਲਿਖਣਾ ਹੈ। ਕਿਉਂਕਿ ਅਸੀਂ ਓਸੀਲੇਟਰੀ ਰਜੀਮ ਜਾਂ ਡੈਂਪਡ ਓਸੀਲੇਟਰੀ ਰਜੀਮ ਵਿੱਚ ਹਾਂ, ਇਹ ਸੋਲਿਊਸ਼ਨ ਇੱਥੇ ਦਿੱਤਾ ਗਿਆ ਹੈ, ਜੋ ਸਾਡੇ ਲਈ ਢੁਕਵਾਂ ਹੋਵੇਗਾ। ਅਤੇ ਤੁਸੀਂ ਦੇਖੋਗੇ ਕਿ ਇਸ ਦੇ ਦੋ ਰਾਹ ਹਨ, ਜਿਸ ਵਿੱਚ 2 ਕਨਸਟੈਂਟ C1 ਅਤੇ C2 ਹਨ। ਹੁਣ ਅਸੀਂ ਸਮੱਸਿਆ ਦੇ ਪੈਰਾਮੀਟਰਾਂ ਤੋਂ ਸੰਖਿਆਵਾਂ ਨੂੰ ਜੋੜ ਸਕਦੇ ਹਾਂ ਅਤੇ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਂ ਹੇਠਾਂ ਦਿੱਤੇ ਅਨੁਸਾਰ ਆਪਣਾ ਸੋਲਿਊਸ਼ਨ ਲਿਖਣ ਦੇ ਯੋਗ ਹੋਵਾਂਗਾ। ਇੱਕ ਵਾਰ ਜਦੋਂ ਮੈਂ y ਦਾ ਸੋਲਿਊਸ਼ਨ ਲਿਖ ਲੈਂਦਾ ਹਾਂ, ਤਾਂ ਮੈਂ y ਡੋਟ ਦਾ ਸੋਲਿਊਸ਼ਨ ਵੀ ਲਿਖ ਸਕਦਾ ਹਾਂ। ਮੇਰੇ ਕੋਲ t ਦੇ y ਅਤੇ y ਡੋਟ ਲਈ ਇੱਕ ਇਕੁਏਸ਼ਨ ਹੈ, ਅਤੇ ਸਾਡੇ ਕੋਲ ਦੋ ਸ਼ੁਰੂਆਤੀ ਸਥਿਤੀਆਂ ਵੀ ਹਨ, ਜੋ ਕਿ y ਦਾ 0 ਬਰਾਬਰ 4 ਅਤੇ y ਡੋਟ ਦਾ 0 ਬਰਾਬਰ 4 ਮਾਈਨਸ ਹੈ। ਮੈਨੂੰ ਬਸ ਇਹਨਾਂ ਚੀਜ਼ਾਂ ਨੂੰ ਇਹਨਾਂ ਕੁਝ ਦੋ ਹੱਲਾਂ ਵਿੱਚ ਜੋੜਨਾ ਹੋਵੇਗਾ। y ਦਾ 0 C1 ਪਲਸ 2 ਦੇ ਬਰਾਬਰ ਹੋਵੇਗਾ, ਅਤੇ ਪਹਿਲੀ ਸ਼ੁਰੂਆਤੀ ਸਥਿਤੀ ਦੇ ਅਨੁਸਾਰ ਇਹ 4 ਦੇ ਬਰਾਬਰ ਹੈ, ਤਾਂ ਜੋ ਇੱਥੋਂ ਨਿਮਨਲਿਖਤ ਹੈ। ਅਤੇ ਜ਼ੀਰੋ ਦਾ y ਡੋਟ, ਜੇਕਰ ਮੈਂ 0 ਦੇ ਬਰਾਬਰ t ਰੱਖਦਾ ਹਾਂ, ਇਸ ਇਕੁਏਸ਼ਨ ਵਿੱਚ ਮੇਰੇ ਕੋਲ 0 ਦੇ y ਡੋਟ ਲਈ ਇਹ ਐਕਸਪ੍ਰੈਸ਼ਨ ਹੈ, ਅਤੇ ਇਸ ਸ਼ੁਰੂਆਤੀ ਸਥਿਤੀ ਦੇ ਅਨੁਸਾਰ ਇਹ -4 ਦੇ ਬਰਾਬਰ ਹੈ। ਇਸ ਲਈ ਇਸ ਤੋਂ ਤੁਹਾਨੂੰ ਸਿੱਧਾ ਮਿਲੇਗਾ ਕਿ C1 ਪਲਸ C2 ਬਰਾਬਰ 4 ਹੈ, ਜਿੱਥੇ 0 ਦੇ y ਬਿੰਦੂ ਤੇ ਇਹ ਦੂਜੀ ਸ਼ਰਤ ਹੈ। ਤੁਹਾਨੂੰ ਕੰਪਲੈਕਸ ਨੰਬਰ ਮਿਲਦਾ ਹੈ, ਅਤੇ ਜਦੋਂ ਕਿ ਸ਼ੁਰੂਆਤੀ ਸ਼ਰਤ ਇਹ ਕਹਿੰਦੀ ਹੈ ਕਿ ਇਹ ਇੱਕ ਰੀਅਲ ਨੰਬਰ ਹੋਣੀ ਚਾਹੀਦੀ ਹੈ, ਇਹ -4 ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਲਈ ਇਸ ਤਰ੍ਹਾਂ ਅਸੀਂ ਅਸਲ ਭਾਗਾਂ ਅਤੇ ਕਾਲਪਨਿਕ ਭਾਗਾਂ ਨੂੰ ਬਰਾਬਰ ਕਰ ਸਕਦੇ ਹਾਂ। ਇਸ ਲਈ ਇਸ ਤੋਂ ਮੈਨੂੰ -C1 ਪਲਸ C2 ਬਰਾਬਰ -4 ਮਿਲੇਗਾ, ਜੋ ਉਹੀ ਸਥਿਤੀ ਹੈ ਜੋ ਸਾਨੂੰ ਪਹਿਲਾਂ ਮਿਲੀ ਸੀ, ਅਤੇ ਦੂਜਾ ਜਿੱਥੇ 3i ਗੁਣਾ C1 C2 ਇਹ 0 ਦੇ ਬਰਾਬਰ ਹੈ। ਕਿਉਂਕਿ ਇੱਥੇ ਦਿੱਤੀ ਸ਼ੁਰੂਆਤੀ ਸਥਿਤੀ ਵਿੱਚ ਕੋਈ ਕਾਲਪਨਿਕ ਹਿੱਸਾ ਨਹੀਂ ਹੈ, ਇਸ ਲਈ ਇਸ ਦਾ ਮਤਲਬ ਇਹ ਹੋਵੇਗਾ ਕਿ C1 ਬਰਾਬਰ ਹੈ C2 ਅਤੇ ਇਸ ਲਈ ਸਾਨੂੰ ਇਹ ਕਹਿਣਾ ਹੋਵੇਗਾ ਕਿ C1 C2 ਦੇ ਬਰਾਬਰ ਹੈ, ਅਤੇ ਕੇਵਲ C ਦੇ ਬਰਾਬਰ ਹੈ, ਜਿਸ ਸਥਿਤੀ ਵਿੱਚ ਇਹ 2C ਬਰਾਬਰ ਹੈ 4 ਦੇ ਜਾਂ C2 ਦੇ ਬਰਾਬਰ ਹੋਵੇਗਾ। ਇਸ ਲਈ ਕਨਸਟੈਂਟ C1 ਬਰਾਬਰ ਹੈ C2 ਬਰਾਬਰ ਹੈ C ਦੇ, ਜੋ ਕਿ 2 ਦੇ ਬਰਾਬਰ ਹੈ। ਇਸ ਲਈ ਅਸੀਂ ਇਹਨਾਂ ਕਨਸਟੈਂਟ ਨੂੰ ਨਿਰਧਾਰਿਤ ਕਰ ਲਿਆ ਹੈ। ਹੁਣ ਸੋਲਿਊਸ਼ਨ ਨੂੰ ਸਪਸ਼ਟ ਰੂਪ ਵਿੱਚ ਲਿਖਣਾ ਬਚਿਆ ਹੈ। ਇਸ ਲਈ ਇਹ ਐਕਸਪਲਿਸਿਟ ਟਰਮ ਸੋਲਿਊਸ਼ਨ ਹੈ, ਜੋ ਅਸੀਂ ਪਹਿਲਾਂ ਡਿਸਪਲੇਸਮੈਂਟ ਲਈ ਟਾਈਮ ਦੇ ਇੱਕ ਫੰਕਸ਼ਨ ਵਾਂਗ ਲਿਖੀ ਸੀ। ਅਣਪਛਾਤੇ ਕਨਸਟੈਂਟ C1 ਅਤੇ C2 ਹਨ, ਅਤੇ ਅਸੀਂ ਹੁਣ ਜਾਣਦੇ ਹਾਂ ਕਿ ਇਹ ਦੋਨੋਂ 2 ਦੇ ਬਰਾਬਰ ਹੈ। ਇਸ ਲਈ ਸਾਡਾ ਐਕਸਪਲਿਸਿਟ ਸੋਲਿਊਸ਼ਨ ਹੋਵੇਗਾ
t ਦਾ y ਜੋ ਬਰਾਬਰ ਹੈ e ਪਾਵਰ ਮਾਈਨਸ t ਦੀ e ਪਾਵਰ 3it ਪਲਸ 2 ਗੁਣਾ e ਪਾਵਰ ਮਾਈਨਸ 3it। ਹੁਣ ਤੁਸੀਂ ਇਸ ਨੂੰ ਥੋੜਾ ਹੋਰ ਸਰਲ ਬਣਾ ਸਕਦੇ ਹੋ, 2 ਬਾਹਰ ਲੈ ਸਕਦੇ ਹੋ ਅਤੇ 2 ਨੂੰ e ਪਾਵਰ ਮਾਈਨਸ ਵਿੱਚ ਪ੍ਰਾਪਤ ਕਰ ਸਕਦੇ ਹੋ। ਅਤੇ ਇਹ ਸੁਝਾਅ ਦਿੰਦਾ ਹੈ ਕਿ 2 ਨਾਲ ਗੁਣਾ ਅਤੇ ਭਾਗ ਕਰੋ, ਫਿਰ ਇੱਥੇ ਕੁਆਂਟੀਟੀ ਇੱਕ ਕੋਸ ਫੰਕਸ਼ਨ ਹੈ। ਇਸ ਲਈ ਅਸੀਂ ਇੱਕ ਬਹੁਤ ਸੰਖੇਪ ਨਤੀਜਾ ਲਿਖ ਸਕਦੇ ਹਾਂ, ਜਿਵੇਂ ਕਿ t ਦਾ y 4 ਗੁਣਾ e ਪਾਵਰ ਮਾਈਨਸ t ਗੁਣਾ ਬਟਾ cos 3 ਦੇ ਬਰਾਬਰ ਹੋਵੇਗਾ। ਇਹ ਇਸ ਦੇ ਸੰਖੇਪ ਰੂਪ ਵਿੱਚ ਅੰਤਿਮ ਨਤੀਜਾ ਹੋਵੇਗਾ। ਇਸ ਲਈ ਤੁਸੀਂ ਵੇਖੋਗੇ ਕਿ ਇਸ ਵਿੱਚ ਡਿਸਿਪੇਟਿਵ ਪਾਰਟ ਹੈ ਅਤੇ ਓਸੀਲੇਟਰੀ ਪਾਰਟ, ਜਿਵੇਂ ਕਿ ਅਸੀਂ ਇਸ ਸਮੱਸਿਆ ਲਈ ਦਿੱਤੇ ਪੈਰਾਮੀਟਰਾਂ ਦੇ ਆਧਾਰ ਤੇ ਉਮੀਦ ਕੀਤੀ ਸੀ। ਇਸ ਲਈ 5 ਸਮੱਸਿਆਵਾਂ ਕਰਕੇ ਮੈਂ ਇਸ ਸੈਸ਼ਨ ਨੂੰ ਖਤਮ ਕਰਦਾ ਹਾਂ। ਪਰ ਮੈਂ ਤੁਹਾਨੂੰ ਅਸਾਈਨਮੈਂਟ ਵਿੱਚ ਦਿੱਤੀਆਂ ਸਮੱਸਿਆਵਾਂ ਨੂੰ ਅਜ਼ਮਾਉਣ ਲਈ ਕਹਾਂਗਾ।